ਬਰਜਿੰਦਰ ਪਰਵਾਨਾ ਨੂੰ ਲੈ ਕੇ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। 2 ਵਾਰ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅੱਜ ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ। ਦੱਸਿਆ ਜਾਂਦਾ ਕਿ ਪੁਲਿਸ ਨੇ ਉਹਨਾਂ ਹੋਰ ਪੁਲਿਸ ਰਿਮਾਂਡ ਨਹੀਂ ਸੀ ਮੰਗਿਆ ਤੇ ਨਾ ਹੀ ਅਦਾਲਤ ਨੇ ਦੇਣਾ ਸੀ, ਕਿਉਂਕਿ ਤਕਰੀਬਨ 1 ਹਫ਼ਤਾ ਬਰਜਿੰਦਰ ਪਰਵਾਨਾ ਪੁਲਿਸ ਹਿਰਾਸਤ ਦੇ ਵਿੱਚ ਰਿਹਾ। ਹੁਣ ਪੁਲਿਸ ਉਹਨਾਂ ਦੇ ਦੋਸ਼ ਪੱਤਰ ਕਦੋਂ ਤੱਕ ਤਿਆਰ ਕਰਦੀ ਹੈ ਤੇ ਕਦੋਂ ਤੱਕ ਉਹ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ, ਇਹ ਦੇਖਣਾ ਹੋਵੇਗਾ। ਲੇਕਿਨ ਇੱਕ ਵਾਰ ਇਸ ਮਾਮਲੇ ਦੇ ਵਿੱਚ ਇੱਕ ਸਿੱਟ ਬਣੀ ਹੈ। ਇਹਨਾਂ ਨੂੰ 7 ਮੈਂਬਰਾਂ ਦੀ ਇੱਕ ਟੀਮ ਬਣਾਤੀ ਹੈ ਜਿਹੜੀ ਇਸ ਸਾਰੀ ਘਟਨਾਕ੍ਰਮ ਦਾ ਪੜਤਾਲ ਕਰੇਗੀ। ਇਹਦੇ ਵਿੱਚ ਹੋਰ ਕੀ ਕਰਨਾ ਹੈ ਉਹ ਸਾਰੇ ਇਸ ਮਾਮਲੇ ਨੂੰ ਦੇਖਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਉਹ ਬਖਸ਼ਿਆ ਨਹੀਂ ਜਾਊਗਾ। ਜਿੰਨੇ ਵੀ ਨਸ਼ਾ ਤਸਕਰ ਹੋਣਗੇ ਉਹਨਾਂ ਤੇ ਸਕੰਜਾ ਕੱਸਿਆ ਜਾਊਗਾ। ਜਦੋਂ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਤੇ ਲੋਕਾਂ ਦੇ ਵਿੱਚ ਤਾਂ ਫਿਰ ਆ ਗਿਆ ਨਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਦਖਲ ਦੇ ਰਹੇ ਨੇ। ਭਗਵੰਤ ਸਿੰਘ ਮਾਨ ਨੇ ਸਹੁੰ ਚੁੱਕੀ ਆ ਸੰਵਿਧਾਨ ਦੀ ਕਿ ਮੈਂ ਗੁਪਤ ਗੱਲਾਂ ਕਿਸੇ ਨੂੰ ਦੱਸਾਂਗਾ ਨਹੀਂ, ਤੇ ਜੇ ਅਰਵਿੰਦ ਕੇਜਰੀਵਾਲ ਕਹੇ ਉਹ ਪੈਸੇ ਕਿਹੜੀ ਕਪੈਸਿਟੀ 'ਚ ਕਹਿ ਰਿਹਾ ਹੈ। ਇਹ ਸਾਰਾ ਕੁਝ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ, ਜਿਹੜਾ ਵੀ ਕੁਛ ਹੈ ਕਹਿੰਦਾ ਇਮਾਨਦਾਰ ਸਰਕਾਰ ਹੈ, ਇਹਦਾ ਸਰਟੀਫਿਕੇਟ ਵੀ ਆਪੇ ਵੰਡੀ ਜਾਂਦੇ ਨੇ। ਅਸੀਂ ਤਾਂ ਇਸ ਗੱਲ ਨੂੰ ਚਾਹਾਂਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਇਮਾਨਦਾਰੀ ਤੇ ਪਹਿਰਾ ਦੇਵੇ। ਇਮਾਨਦਾਰੀ ਇਕੱਲੀ ਕਹਿਣ ਦੀ ਨਾ ਹੋਵੇ, ਉਹ ਕਰਕੇ ਵੀ ਦਿਖਾਈ ਜਾਂਦੀ ਹੋਵੇ। ਗੱਲ ਕੀਤੀ ਜਾਵੇ ਸਿੱਧੀ ਬਿਜਾਈ ਦੀ ਤਾਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਕਹੀ ਹੈ, ਉੱਥੇ ਹੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇਣਗੇ ਜੰਜੂਆ ਜੀ। ਸਰਕਾਰ ਸਾਰਾ ਕੁਝ ਇਕੱਲੇ ਕਿਸਾਨਾਂ ਤੇ ਨਾ ਸੱਟੇ। ਪਾਣੀ ਦੀ ਬਰਬਾਦੀ ਲਈ ਜਿਹੜੇ ਹੋਰ ਵੀ ਜ਼ਿੰਮੇਵਾਰ ਨੇ ਉਹ ਚਿਹਰੇ ਵੀ ਜੱਗ ਜ਼ਾਹਰ ਹੋਣ। ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹ ਢੰਗ ਬਦਲੋ, ਸਿੱਧੀ ਬਿਜਾਈ ਅਪਣਾਓ, ਅਸੀਂ 1500 ਰੁਪਇਆ ਦੇਵਾਂਗੇ। ਇੱਕ ਪ੍ਰਵਾਸੀ ਭਾਰਤੀ ਨੇ ਹਰਜੀਤ ਸਿੰਘ ਜੀ ਜੰਜੂਆ ਸਾਹਿਬ, ਉਹ ਕਹਿੰਦੇ ਕਿ ਸਾਨੂੰ ਅਪਣਾਓ ਇਹਨੂੰ, 4000 ਮੈਂ ਦੇਵਾਂਗਾ। ਜੇ 4000 ਉਹ ਦਿੰਦੇ ਨੇ, 1500 ਰੁਪਇਆ ਸਰਕਾਰ ਦਾ ਆ ਗਿਆ ਤੇ 5500 ਰੁਪਇਆ ਮਿਲ ਗਿਆ। ਦੂਜੇ ਪਾਸੇ ਮੈਂ ਦਰਸ਼ਨ ਸਿੰਘ ਕੋਟਕਪੂਰਾ ਦੀ ਗੱਲ ਵੀ ਯਾਦ ਰੱਖਦਾ। ਸਰਕਾਰ ਨੂੰ ਇਸ ਵਾਸਤੇ ਕੋਈ ਬੈਠ ਕੇ ਸਿਰ ਜੋੜ ਕੇ 4 ਗੱਲਾਂ ਕਰਨੀਆਂ ਚਾਹੀਦੀਆਂ ਨੇ। ਉਹਨਾਂ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉਹ ਕਹਿੰਦੇ ਉੱਥੇ ਕਰੋ ਸਿੱਧੀ ਬਿਜਾਈ ਜਿੱਥੇ ਪਾਣੀ 100 ਫੁੱਟ ਤੇ ਆ, 150 ਫੁੱਟ ਤੇ ਆ, 300 ਫੁੱਟ ਤੇ ਹੈ, ਤੇ ਜਿੱਥੇ 5-5 7-7 8-8 ਫੁੱਟ ਤੇ ਤੁਰਿਆ ਫਿਰਦਾ ਹੈ ਉੱਥੇ ਇਹ ਰਵਾਇਤੀ ਢੰਗ ਨਾਲ ਹੀ ਲਾਓ। ਜੇ ਉੱਥੇ ਪਾਣੀ ਦੇ ਉੱਪਰ ਆਉਂਦੇ ਵਹਾਅ ਨੂੰ ਨਾ ਰੋਕਿਆ ਗਿਆ ਤਾਂ ਉੱਥੇ ਫੇਰ ਸੇਮ ਆ ਸਕਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਅੱਜ ਦੇ ਵਿਸ਼ੇ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਚਰਚਾ ਕਰਾਂਗੇ ਸਿੱਧੀ ਬਿਜਾਈ ਨੂੰ ਲੈ ਕੇ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇਣਗੇ ਜੰਜੂਆ। ਇਸੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਪਰਵਾਨਾ ਨੂੰ ਲੈ ਕੇ ਕਿ ਬਰਜਿੰਦਰ ਪਰਵਾਨਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਜਿਨ੍ਹਾਂ ਨੇ ਕਿ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਬਰਜਿੰਦਰ ਪਰਵਾਨਾ ਨੂੰ ਲੈ ਕੇ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੇਖੋ, ਜਿਹੜੀ ਪਟਿਆਲਾ ਹਿੰਸਾ ਮਾਮਲਾ ਹੋਇਆ ਸੀ ਉਹਦੇ ਵਿੱਚ ਇੱਕ ਪਾਸੇ ਸੀ ਹਰੀਸ਼ ਸਿੰਗਲਾ, ਜਿਹੜਾ ਕਹਿੰਦਾ ਸੀ ਕਿ ਮੈਂ ਖਾਲਿਸਤਾਨ ਵਿਰੋਧੀ ਮਾਰਚ ਕੱਢਣਾ ਹੈ, ਤੇ ਦੂਜੇ ਪਾਸੇ ਸੀਗੇ ਬਰਜਿੰਦਰ ਸਿੰਘ ਪਰਵਾਨਾ ਤੇ ਹੋਰ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਉਸ ਦਿਨ ਖਾਲਿਸਤਾਨ ਸਥਾਪਨਾ ਦਿਵਸ ਮਨਾਉਣਾ ਹੈ। ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ 'ਚ ਕਮੀ ਰਹੇਗੀ ਕਿ ਕੁਝ ਅਧਿਕਾਰੀ ਜਿਹੜੇ ਇਸ ਗੱਲ ਨੂੰ ਬਹੁਤ ਹਲਕੇ 'ਚ ਲੈ ਕੇ ਬਹਿ ਗਏ। ਉਹਨਾਂ ਦੀ ਗਾਜ ਪੁਲਿਸ ਕਪਤਾਨ, ਸੀਨੀਅਰ ਪੁਲਿਸ ਕਪਤਾਨ ਤੇ IG ਪੱਧਰ ਦੇ ਅਧਿਕਾਰੀਆਂ ਤੇ ਡਿੱਗੀ। ਮੈਂ ਸਮਝਦਾ ਕਿ ਇਹੋ ਜਿਹੇ ਮਾਮਲੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਹਮੇਸ਼ਾ ਇਹਨੂੰ ਗੰਭੀਰਤਾ ਨਾਲ ਲਓ। ਤਾਂ ਇਹ ਜਿਹੜਾ ਉਸ ਦਿਨ ਮਾਮਲਾ ਇੱਥੇ ਵਾਪਰਿਆ, ਇਹ ਇਸ ਪੱਧਰ ਤੱਕ ਜਾਣਾ ਹੀ ਨਹੀਂ ਸੀ ਜੇ ਇਹਨੂੰ ਸਹੀ ਤਰੀਕੇ ਦੇ ਨਾਲ ਹੈਂਡਲ ਕਰ ਲਿਆ ਜਾਂਦਾ। ਇੱਕ ਪਾਸੇ ਹਰੀਸ਼ ਸਿੰਗਲਾ ਜਿਹੜਾ ਸ਼ਿਵ ਸੈਨਾ ਆਗੂ ਹੈ,
ਤੇ ਦੂਜੇ ਪਾਸੇ ਬਰਜਿੰਦਰ ਸਿੰਘ ਪ੍ਰਵਾਨਾ ਤੇ ਹੋਰਨਾਂ ਨੂੰ ਇਸ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਬਰਜਿੰਦਰ ਸਿੰਘ ਪ੍ਰਵਾਨਾ ਦਾ 2 ਵਾਰ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅੱਜ ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ। ਦੱਸਿਆ ਜਾਂਦਾ ਕਿ ਪੁਲਿਸ ਨੇ ਉਹਨੂੰ ਹੋਰ ਪੁਲਿਸ ਰਿਮਾਂਡ ਨਹੀਂ ਸੀ ਮੰਗਿਆ ਤੇ ਨਾ ਹੀ ਅਦਾਲਤ ਨੇ ਦੇਣਾ ਸੀ, ਕਿਉਂਕਿ ਤਕਰੀਬਨ 1 ਹਫ਼ਤਾ ਬਰਜਿੰਦਰ ਪ੍ਰਵਾਨਾ ਪੁਲਿਸ ਹਿਰਾਸਤ ਦੇ ਵਿੱਚ ਰਿਹਾ ਤੇ ਬਾਰ-ਬਾਰ ਅਦਾਲਤ ਠੁਕਰਾ ਵੀ ਦਿੰਦੀ ਹੁੰਦੀ ਹੈ। ਇੱਕ ਕੇਸ ਦੇ ਵਿੱਚ ਕਿਸੇ ਦੀ ਜਿਹੜੀ ਨਿਆਇਕ ਹਿਰਾਸਤ ਆ ਉਹ ਵੱਧ ਤੋਂ ਵੱਧ 14 ਦਿਨ ਦਿੱਤੀ ਜਾ ਸਕਦੀ ਹੈ, ਇਸ ਤੋਂ ਵੱਧ ਨਹੀਂ। ਜੇ ਉਹਨੂੰ ਕਿਸੇ ਨਵੇਂ ਕੇਸ ਦੇ ਵਿੱਚ ਲੈਣਾ ਪਊਗਾ, ਜੇ ਦੂਜੀ ਵਾਰ ਉਹ ਵਧਾਉਣੀ ਹੈ। ਸੋ ਬਰਜਿੰਦਰ ਪ੍ਰਵਾਨਾ ਨੂੰ ਮਾਣਯੋਗ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਪੁਲਿਸ ਉਹਨਾਂ ਦੇ ਦੋਸ਼ ਪੱਤਰ ਕਦੋਂ ਤੱਕ ਤਿਆਰ ਕਰਦੀ ਹੈ ਤੇ ਕਦੋਂ ਤੱਕ ਉਹ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ, ਇਹ ਦੇਖਣਾ ਹੋਵੇਗਾ। ਲੇਕਿਨ ਇੱਕ ਵਾਰ ਇਸ ਮਾਮਲੇ ਦੇ ਵਿੱਚ ਇੱਕ ਸਿੱਟ ਬਣੀ ਹੈ। ਉਹਦੇ ਵਿੱਚ ਪੁਲਿਸ ਕਪਤਾਨ ਜਾਂਚ ਡਾਕਟਰ ਮਹਿਤਾਬ ਸਿੰਘ, ਉਪ ਪੁਲਿਸ ਕਪਤਾਨ ਜਾਂਚ ਅਜੇਪਾਲ ਸਿੰਘ, ਉਪ ਪੁਲਿਸ ਕਪਤਾਨ ਸ਼ਹਿਰੀ 1 ਕ੍ਰਿਸ਼ਨ ਕੁਮਾਰ ਪੈਂਥੇ, ਇੰਸਪੈਕਟਰ ਕੋਤਵਾਲੀ ਕੋਤਵਾਲ ਰਾਹੁਲ ਕੌਸ਼ਲ, ਇੰਸਪੈਕਟਰ CIA ਸ਼ਵਿੰਦਰ ਸਿੰਘ ਤੇ 2 ਬੰਦੇ ਜਿਹੜੇ ਨੇ ਉਹ ਕਾਨੂੰਨੀ ਪੱਖ ਤੋਂ DA ਵਿਸ਼ਾਲ ਖੁੱਲਰ ਤੇ ਡਿਪਟੀ DA ਜਿਹੜੇ ਨੇ ਰਮਨ ਮਾਨ, ਇਹਨਾਂ ਨੂੰ 7 ਮੈਂਬਰਾਂ ਦੀ ਇੱਕ ਟੀਮ ਬਣਾਤੀ ਹੈ ਜਿਹੜੀ ਇਸ ਸਾਰੀ ਘਟਨਾਕ੍ਰਮ ਦਾ ਪੜਤਾਲ ਕਰੇਗੀ। ਇਹਦੇ ਵਿੱਚ ਹੋਰ ਕੀ ਕਰਨਾ ਹੈ ਉਹ ਸਾਰੇ ਇਸ ਮਾਮਲੇ ਨੂੰ ਦੇਖਣਗੇ। ਜੀ ਢਿੱਲੋਂ ਜੀ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰੀ ਕੋਠੀ ਉਹ ਖਾਲੀ ਕਰ ਦਿੱਤੀ ਹੈ। ਮੇਰਾ ਖਿਆਲ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਹ ਕੋਠੀ ਹੁਣ ਖਾਲੀ ਕੀਤੀ ਹੈ ਜਦੋਂ ਨੋਟਿਸ ਦਿੱਤੇ ਗਏ। ਕਈ ਚੀਜ਼ਾਂ ਦੂਜਿਆਂ ਤੋਂ ਸਿੱਖ ਲੈਣੀਆਂ ਚਾਹੀਦੀਆਂ ਨੇ। ਅਸੀਂ ਹੁਣ ਤੱਕ ਉਦਾਹਰਨ ਦਿੰਦੇ ਹੁੰਦੇ ਸੀ ਗਿਆਨੀ ਕਰਤਾਰ ਸਿੰਘ ਦੀ। ਗਿਆਨੀ ਕਰਤਾਰ ਸਿੰਘ ਦੇ ਕੋਲ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਆਏ ਵੀ ਗਿਆਨੀ ਜੀ ਸਰਕਾਰ ਤੁਹਾਡੀ ਗਈ ਟੁੱਟ ਤੇ ਕੋਠੀ ਖਰਨੀ ਕਰਨੀ ਪੈਣੀ ਹੈ। ਗਿਆਨੀ ਜੀ ਨੇ 2 ਕਛਹਿਰੇ 2 ਚੋਲੇ 2 ਪਰਨੇ 1 ਅੱਧੀ ਦਸਤਾਰ ਹੋਣੀ ਹੈ, ਉਹ ਸਾਰਾ ਕੁਝ ਉਤਾਰ ਕੇ ਬੈਗ 'ਚ ਪਾਇਆ ਤੇ ਗਲ 'ਚ ਪਾਇਆ। ਚੰਗਾ ਵੀ ਕਹਿੰਦੇ ਸੰਭੋ ਆਪਣਾ ਸਮਾਨ ਤਾਂ ਇੰਨਾ ਕੀ ਸੀ। ਇਹੋ ਜਿਹੇ ਗੁਰਸਿੱਖ ਵੀ ਸੀ। ਦੂਜੀ ਉਦਾਹਰਨ ਆਉਂਦੀ ਹੈ ਨਵਜੋਤ ਸਿੰਘ ਸਿੱਧੂ ਦੀ। ਉਹਦੇ ਤੋਂ ਸਥਾਨਕ ਸਰਕਾਰਾਂ ਦਾ ਮਹਿਕਮਾ ਵਾਪਸ ਲੈ ਕੇ ਉਹਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ, ਜਿਹੜਾ ਉਹਨੇ ਸਾਂਭਣ ਤੋਂ ਇਨਕਾਰ ਕਰਤਾ। ਔਰ ਜਦੋਂ ਉਹਨੂੰ ਮੰਤਰੀ ਮੰਡਲ ਦੇ ਅਹੁਦੇ ਤੋਂ ਹਟਾਇਆ ਗਿਆ, ਉਹਨੇ ਬਿਨਾਂ ਕਿਸੇ ਦੇਰੀ ਆਪਣਾ ਸਾਜੋ ਸਮਾਨ ਚੱਕਿਆ ਤੇ ਸਿੱਧਾ ਅੰਮ੍ਰਿਤਸਰ ਤੇ ਕੁਝ ਪਟਿਆਲੇ ਲੈ ਆਂਦਾ। ਇਹ 2 ਉਦਾਹਰਨਾਂ ਅਜਿਹੀਆਂ ਨੇ ਜਿਹੜੀਆਂ ਹੋਰ ਥਾਂ ਤੇ ਕਿਤੇ ਬਣਦੀਆਂ ਨਹੀਂ, ਲੱਭਦੀਆਂ ਹੀ ਨਹੀਂ। ਹੁਣ ਕੁਝ ਮੰਤਰੀ ਮੰਡਲ ਜਿਹੜਾ ਪੁਰਾਣਾ ਸੀਗਾ, ਉਹਨਾਂ ਨੇ ਕੋਠੀਆਂ ਖਾਲੀ ਕੀਤੀਆਂ ਤੇ ਇਹ ਭੱਦਰਪੁਰ ਨਾਲ ਆਪਦੇ ਸਮਾਨ ਵੀ ਚੱਕ ਕੇ ਲੈ ਗਏ। ਕੋਈ ਫਰਿੱਜ ਲੈ ਗਿਆ, ਕੋਈ LED ਲੈ ਗਿਆ, ਕੋਈ ਹੋਰ ਲੈ ਗਿਆ। ਇਹ ਮੌਜੂਦਾ ਸਰਕਾਰ ਨੇ ਵੀ ਦੋਹਰਾ ਮਾਪਦੰਡ ਕਾਹਦੇ ਵਾਸਤੇ ਅਪਣਾਇਆ ਉਹਨਾਂ ਤੇ? ਕੋਈ ਹੋਰ ਬੰਦਾ ਕਿਤੇ ਥਾਂ ਦੇ ਉੱਤੋਂ ਕੋਈ ਇੱਕ ਰੱਸੀ ਚੱਕ ਕੇ ਲੈ ਜਾਏ, ਉਹਦੇ ਤੇ ਪਰਚਾ ਦਰਜ ਹੋ ਜਾਂਦਾ ਹੈ ਜੀ। ਕੀ ਉਦੋਂ ਵੀ ਤੁਸੀਂ ਇਹੀ ਰੱਖੋ ਬਣਾਉਂਦੇ ਹੋ? ਇਸ ਕਰਕੇ ਇਹ ਗੱਲ ਗਲਤ ਹੈ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸੋ ਕੋਠੀ ਜਦੋਂ ਤੁਹਾਡਾ ਮੰਤਰੀ ਮੰਡਲ 16 ਮਾਰਚ ਨੂੰ ਨਵੇਂ ਮੰਤਰੀ ਮੰਡਲ ਨੇ ਸਹੁੰ ਚੱਕ ਲਈ, ਇਹ 1.5 ਮਹੀਨਾ ਤੁਸੀਂ ਰੱਖਿਆ ਕਾਹਦੇ ਵਾਸਤੇ ਰਿਹਾ? ਚੰਗਾ ਸੀ ਇਹ ਨੋਟਿਸ ਦੇਣ ਤੋਂ ਪਹਿਲਾਂ ਆਪਣੀਆਂ ਕੋਠੀਆਂ ਖਾਲੀ ਕਰਕੇ MLA ਫਲੈਟ ਦੇ ਵਿੱਚ ਜਾਂਦੇ। ਕਿਉਂ? ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਹੁਣ ਵਿਧਾਇਕ ਨੇ ਜੀ, ਹੋਰ ਕੁਝ ਨਹੀਂ, ਉਹਨਾਂ ਨੂੰ MLA ਫਲੈਟ ਤਾਂ ਮਿਲੇ ਗਈ। ਵੱਡੀਆਂ ਕੋਠੀਆਂ ਦੇ ਮੋਹ ਤਿਆਗ ਕੇ ਇਹਦੇ ਵਿੱਚ ਵੀ ਕਦਰਾਂ ਕੀਮਤਾਂ ਨੂੰ ਅਪਣਾਓ, ਔਰ ਜਦੋਂ ਕਿਹਾ ਜਾਂਦਾ ਨਾਲ ਦੀ ਨਾਲ ਉਸ ਥਾਂ ਦੇ ਉੱਤੋਂ ਆਪਣਾ ਜਿਹੜਾ ਸਾਜੋ ਸਮਾਨ ਚੱਕਿਆ ਕਰੋ। ਤੇ ਦੂਜਿਆਂ ਨੂੰ ਤਾਂ ਹੀ ਤੁਸੀਂ ਕੁਝ ਕਹੋਗੇ
ਤੇ ਜੇ ਤੁਸੀਂ ਉਹਨਾਂ ਦੀ ਉਲੰਘਣਾ ਕਰਦੇ ਹੋ ਤੇ ਲੋਕਾਂ ਦੇ ਵਿੱਚ ਉਹਦਾ ਭੱਲ ਕੋਈ ਬੜਾ ਵਧੀਆ ਜਾਂਦਾ ਨਹੀਂ। ਜੀ ਢਿੱਲੋਂ ਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਉਹ ਬਖਸ਼ਿਆ ਨਹੀਂ ਜਾਊਗਾ। ਜਿੰਨੇ ਵੀ ਨਸ਼ਾ ਤਸਕਰ ਹੋਣਗੇ ਉਹਨਾਂ ਤੇ ਸਕੰਜਾ ਕੱਸਿਆ ਜਾਊਗਾ। ਜਦੋਂ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਤੇ ਲੋਕਾਂ ਦੇ ਵਿੱਚ ਤਾਂ ਫਿਰ ਆ ਗਿਆ ਨਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਦਖਲ ਦੇ ਰਹੇ ਨੇ। ਭਗਵੰਤ ਸਿੰਘ ਮਾਨ ਨੇ ਸਹੁੰ ਚੁੱਕੀ ਆ ਸੰਵਿਧਾਨ ਦੀ ਕਿ ਮੈਂ ਗੁਪਤ ਗੱਲਾਂ ਕਿਸੇ ਨੂੰ ਦੱਸਾਂਗਾ ਨਹੀਂ, ਤੇ ਜੇ ਅਰਵਿੰਦ ਕੇਜਰੀਵਾਲ ਕਹੇ ਉਹ ਪੈਸੇ ਕਿਹੜੀ ਕਪੈਸਿਟੀ 'ਚ ਕਹਿ ਰਿਹਾ ਹੈ? ਇਹ ਸਾਰਾ ਕੁਝ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ। ਇਹ ਜਿਹੜਾ ਵੀ ਕੁਛ ਹੈ ਕਹਿੰਦਾ ਇਮਾਨਦਾਰ ਸਰਕਾਰ ਹੈ, ਇਹਦਾ ਸਰਟੀਫਿਕੇਟ ਵੀ ਆਪੇ ਹੀ ਵੰਡੀ ਜਾਂਦੇ ਨੇ। ਅਸੀਂ ਤਾਂ ਇਸ ਗੱਲ ਨੂੰ ਚਾਹਾਂਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਇਮਾਨਦਾਰੀ ਤੇ ਪਹਿਰਾ ਦੇਵੇ। ਇਮਾਨਦਾਰੀ ਇਕੱਲੀ ਕਹਿਣ ਦੀ ਨਾ ਹੋਵੇ, ਉਹ ਕਰਕੇ ਵੀ ਦਿਖਾਈ ਜਾਂਦੀ ਹੋਵੇ। ਅਜੇ ਤੱਕ ਕਿਸੇ ਕਿਸਮ ਦੀ ਕੋਈ ਗੱਲਬਾਤ ਘੱਟੋ ਘੱਟ ਮੇਰੀ ਨਜ਼ਰ 'ਚ ਤਾਂ ਨਹੀਂ ਆਈ। ਅਸੀਂ ਦੁਆ ਕਰਾਂਗੇ, ਅਰਦਾਸ ਕਰਾਂਗੇ ਕਿ ਇਹ ਸਰਕਾਰ ਇੱਕ ਨਵੀਂ ਪਿਰਤ ਪਾ ਕੇ ਦਿਖਾਵੇ ਕਿ ਅਸੀਂ ਇਮਾਨਦਾਰ ਹਾਂ। ਮੈਨੂੰ ਹੋਰਾਂ ਦਾ ਤਾਂ ਨਹੀਂ ਪਤਾ, ਪਰ ਜਿਹੜਾ ਕੰਮ ਜਿਸ ਲਗਨ ਦੇ ਨਾਲ ਪੰਚਾਇਤ ਮੰਤਰੀ ਕਰ ਰਹੇ ਨੇ, ਇਹਦੇ ਤੋਂ ਸਬਕ ਬਾਕੀਆਂ ਨੂੰ ਵੀ ਸਿੱਖਣਾ ਚਾਹੀਦਾ ਹੈ। ਉਹਨਾਂ ਦੀ ਕਾਰਗੁਜ਼ਾਰੀ ਤੇ ਪੰਜਾਬ ਦਾ ਬੱਚਾ ਬੱਚਾ ਖੁਸ਼ ਹੈ। ਉਹ ਵਿਅਕਤੀਗਤ ਤੌਰ ਤੇ ਹੈ। ਇਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਉਹ ਕੰਮ ਕਰਦੇ ਨੇ, ਬਾਕੀ ਸਾਰੇ ਵੀ ਉਸੇ ਤਰ੍ਹਾਂ ਕੰਮ ਕਰਨ। ਔਰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਇਮਾਨਦਾਰੀ ਸਰਕਾਰ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਕਹਿੰਦੇ ਆਈ ਹੈ, ਉਹ ਪੂਰੀ ਤਰ੍ਹਾਂ ਤੇ ਦਿਸਣੀ ਚਾਹੀਦੀ ਹੈ। ਔਰ ਜਦੋਂ 5 ਸਾਲ ਬਾਅਦ ਸਰਕਾਰ ਦਾ ਇਹ ਸਾਰਾ ਕੁਝ ਲੇਖਾ ਜੋਖਾ ਹੋਵੇ ਤਾਂ ਉਦੋਂ ਮੈਂ ਸਮਝਦਾ ਕਿ ਲੋਕਾਂ ਨੂੰ ਇਹਨਾਂ ਤੇ ਉਂਗਲ ਚੁੱਕਣ ਦਾ ਮੌਕਾ ਨਾ ਮਿਲੇ। ਜੇ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਤਾਂ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਇੱਕ ਇਮਾਨਦਾਰ ਛਵੀ ਵਾਲੀ ਸਰਕਾਰ ਦਾ ਰੁਤਬਾ ਲੈ ਸਕਦੀ ਹੈ। ਜੀ, ਗੱਲ ਕੀਤੀ ਜਾਵੇ ਸਿੱਧੀ ਬਿਜਾਈ ਦੀ ਤਾਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਕਹੀ ਹੈ, ਉੱਥੇ ਹੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਇਆ ਪ੍ਰਤੀ ਏਕੜ ਦੇਣਗੇ ਜੰਜੂਆ ਜੀ। ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਕਿਹਾ ਕਿ ਆਪਾਂ ਪਾਣੀ ਬਹੁਤ ਬਰਬਾਦ ਕਰ ਲਿਆ। ਸਰਕਾਰ ਸਾਰਾ ਕੁਝ ਇਕੱਲੇ ਕਿਸਾਨਾਂ ਤੇ ਨਾ ਸੱਟੇ। ਪਾਣੀ ਦੀ ਬਰਬਾਦੀ ਲਈ ਜਿਹੜੇ ਹੋਰ ਵੀ ਜ਼ਿੰਮੇਵਾਰ ਨੇ ਉਹ ਚਿਹਰੇ ਵੀ ਜੱਗ ਜ਼ਾਹਰ ਹੋਣ। ਕਿਵੇਂ ਕਿਰਕੀ ਦੇ ਨਾਲ ਇਹ ਕੁਦਰਤੀ ਸੋਮਿਆਂ ਦੀ ਬਰਬਾਦੀ ਕੀਤੀ ਜਾ ਰਹੀ ਹੈ, ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਹੁਣ ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹ ਢੰਗ ਬਦਲੋ, ਸਿੱਧੀ ਬਿਜਾਈ ਅਪਣਾਓ, ਅਸੀਂ 1500 ਰੁਪਇਆ ਦੇਵਾਂਗੇ। ਇੱਕ ਪ੍ਰਵਾਸੀ ਭਾਰਤੀ ਨੇ ਹਰਜੀਤ ਸਿੰਘ ਜੀ ਜੰਜੂਆ ਸਾਹਿਬ, ਉਹ ਕਹਿੰਦੇ ਕਿ ਸਾਨੂੰ ਅਪਣਾਓ ਇਹਨੂੰ, 4000 ਮੈਂ ਦੇਵਾਂਗਾ। ਜੇ 4000 ਉਹ ਦਿੰਦੇ ਨੇ, 1500 ਰੁਪਇਆ ਸਰਕਾਰ ਦਾ ਆ ਗਿਆ ਤੇ 5500 ਰੁਪਇਆ ਮਿਲ ਗਿਆ। ਦੂਜੇ ਪਾਸੇ ਮੈਂ ਦਰਸ਼ਨ ਸਿੰਘ ਕੋਟਕਪੂਰਾ ਦੀ ਗੱਲ ਵੀ ਯਾਦ ਰੱਖਦਾ। ਸਰਕਾਰ ਨੂੰ ਇਸ ਵਾਸਤੇ ਕੋਈ ਬੈਠ ਕੇ ਸਿਰ ਜੋੜ ਕੇ 4 ਗੱਲਾਂ ਕਰਨੀਆਂ ਚਾਹੀਦੀਆਂ ਨੇ। ਉਹਨਾਂ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉਹ ਕਹਿੰਦੇ ਉੱਥੇ ਕਰੋ ਸਿੱਧੀ ਬਿਜਾਈ ਜਿੱਥੇ ਪਾਣੀ 100 ਫੁੱਟ ਤੇ ਆ, 150 ਫੁੱਟ ਤੇ ਆ, 300 ਫੁੱਟ ਤੇ ਹੈ, ਤੇ ਜਿੱਥੇ 5-5, 7-7, 8-8 ਫੁੱਟ ਤੇ ਤੁਰਿਆ ਫਿਰਦਾ ਹੈ, ਉੱਥੇ ਇਹ ਰਵਾਇਤੀ ਢੰਗ ਨਾਲ ਹੀ ਲਾਓ। ਜੇ ਉੱਥੇ ਪਾਣੀ ਦੇ ਉੱਪਰ ਆਉਣ ਦੇ ਵਹਾਅ ਨੂੰ ਨਾ ਰੋਕਿਆ ਗਿਆ ਤਾਂ ਉੱਥੇ ਫਿਰ ਸੇਮ ਆ ਸਕਦੀ ਹੈ ਜੀ। ਤੇ ਮੁਕਤਸਰ, ਫਾਜ਼ਿਲਕਾ, ਅਬੋਹਰ, ਕੋਟਕਪੂਰਾ ਵਗੈਰਾ ਦੇ ਇਲਾਕਿਆਂ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਅਜੇ ਵੀ ਸੇਮ ਨਜ਼ਰ ਆਉਂਦੀ ਹੈ।
ਅੱਗਾ ਦੌੜ ਪਿੱਛਾ ਚੌੜ ਨਾ ਕਰੋ। ਜਿਹੜਾ ਵੀ ਕੰਮ ਕਰਨਾ ਹੈ ਉਹਨੂੰ ਸੋਚੋ, ਇੱਕ ਵਾਰ ਨਾ ਸੋਚੋ, ਉਹਨੂੰ 15 ਵਾਰ ਸੋਚੋ। ਉਹਦੇ ਪਲੱਸ ਉਹਦੇ ਨੁਕਸਾਨ, ਨਫੇ ਨੁਕਸਾਨ ਦੋਨਾਂ ਦੇ ਉੱਤੇ ਗੱਲ ਕਰੋ। ਜੇ ਨਫੇ ਵੱਧ ਹੁੰਦੇ ਨੇ ਤੇ ਫਿਰ ਜਾਰੀ ਕਰ ਦਿਓ, ਜੇ ਨੁਕਸਾਨ ਵੱਧ ਹੁੰਦੇ ਨੇ ਫਿਰ ਰੋਕ ਲਓ। ਜੀ ਢਿੱਲੋਂ ਜੀ, ਪੰਜਾਬ ਸਰਕਾਰ ਦਾ ਪਹਿਲਾ ਬਜਟ ਜੂਨ ਦੇ ਵਿੱਚ ਪਾਸ ਹੋਏਗਾ। ਇਸ ਨੂੰ ਲੈ ਕੇ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਵੀ ਇੱਕ ਪਹਿਲ ਕਦਮੀ ਕੀਤੀ ਗਈ ਹੈ ਕਿ ਲੋਕਾਂ ਦੀ ਰਾਏ ਵੀ ਇਸ ਤੇ ਸੁਝਾਅ ਉਹ ਮੰਗੇ ਜਾ ਰਹੇ ਨੇ। ਲੈ ਲਓ, ਕੋਈ ਮਾੜੀ ਗੱਲ ਨਹੀਂ। ਪਰ ਮਾਨ ਸਾਹਿਬ ਮੈਨੂੰ ਇਹ ਦੱਸ ਦਿਓ ਤੇ ਚੀਮਾ ਸਾਹਿਬ, ਇਹ ਜਿਹੜਾ ਬਜਟ ਦਾ ਗੋਰਖ ਧੰਦਾ ਹੁੰਦਾ, ਇਹ ਆਮ ਲੋਕਾਂ ਦੀ ਸਮਝ 'ਚ ਆਉਂਦਾ ਹੈ? ਰਾਏ ਲਓ, ਜ਼ਰੂਰ ਲਓ, ਇੱਕ ਬਹੁਤ ਵਧੀਆ ਕਦਮ ਹੈ। ਉਹ ਲੋਕ ਕੁਝ ਦੱਸ ਸਕਦੇ ਆ ਕਿ ਸਾਨੂੰ ਆਹ ਸਹੂਲਤਾਂ ਚਾਹੀਦੀਆਂ ਨੇ, ਪਰ ਕਿਤੇ ਸਾਰਾ ਕੁਝ ਧਿਆਨ ਬਦਲਣ ਵਾਸਤੇ ਤਾਂ ਨਹੀਂ। ਇਹ ਬਜਟ ਦਾ ਵੱਡੇ ਵੱਡਿਆਂ ਦੇ ਸਮਝ 'ਚ ਨਹੀਂ ਆਉਂਦਾ। ਮੈਂ ਪਹਿਲਾਂ ਵੀ ਕਹਿਣਾ, ਹੁਣ ਵੀ ਕਹਿ ਰਿਹਾ ਕਿ ਜੇ ਤੁਸੀਂ ਸੱਚਮੁੱਚ ਬਜਟ ਦੇ ਵਿੱਚ ਲੋਕਾਂ ਦਾ ਸਾਹ ਸੌਖਾ ਕਰਨਾ ਚਾਹੁੰਦੇ ਹੋ ਤਾਂ ਕੁਝ ਮਾਹਰਾਂ ਤੋਂ ਇਹਦੀ ਰਾਏ ਮੰਗਾਓ, ਨਾ ਕਿ ਆਮ ਲੋਕਾਂ ਤੋਂ। ਆਮ ਲੋਕ ਦੇ ਦੇਣਗੇ ਰਾਏ, ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੀ ਮਾਹਰਾਂ ਦੀ ਰਾਏ ਹੋਏਗੀ ਉਹ ਪਾਏਦਾਰ ਹੋਏਗੀ। ਜੇ ਉਹਨੂੰ ਅਪਣਾ ਲਵੋਗੇ, ਹੋ ਸਕਦਾ ਹੈ ਜਿਹੜੀਆਂ ਚੀਜ਼ਾਂ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰ ਸਕੀਆਂ ਉਹ ਤੁਹਾਡੇ ਰਾਹੀਂ ਹੋ ਜਾਣ, ਤੇ ਸਦਾ ਵਾਸਤੇ ਲੋਕ ਤੁਹਾਨੂੰ ਯਾਦ ਰੱਖਣ ਕਿ ਭਗਵੰਤ ਸਿੰਘ ਮਾਨ ਤੇ ਹਰਪਾਲ ਚੀਮਾ ਦੀ ਇੱਕ ਜੋੜੀ ਆਈ ਸੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ, ਕੁਝ ਗੱਲ ਜਿਹੜਾ ਹੈਗਾ ਸਾਹ ਸੌਖਾ ਕਰਨ ਦਾ ਕੰਮ ਕੀਤਾ ਸੀ। ਚਰਨਜੀਤ ਸਿੰਘ ਚੰਨੀ ਨੇ 3 ਰੁਪਏ ਬਿਜਲੀ ਸਸਤੀ ਕੀਤੀ, 10 ਰੁਪਏ ਤੇ 5 ਰੁਪਏ ਪੈਟਰੋਲੀਅਮ ਵਸਤਾਂ ਦੇ ਉੱਤੇ ਸਸਤਾ ਕੀਤਾ। ਉਹ ਅੱਜ ਤੱਕ ਵੀ ਲੋਕ ਯਾਦ ਕਰ ਰਹੇ ਨੇ ਕਿ ਹਾਂ ਸਸਤਾ ਹੋਇਆ ਹੈ। ਸੋ ਜੇ ਕੋਈ ਕੁਝ ਕਰਕੇ ਜਾਂਦਾ ਹੈ ਤਾਂ ਪੰਜਾਬੀਆਂ ਦੀ ਫਿਤਰਤ ਹੈ, ਇਹ ਉਹਦੇ ਦੁੱਗਣੇ ਨੂੰ 10 ਗੁਣਾ ਵੱਧ ਕਰਕੇ ਮੋੜਦੇ ਨੇ। ਬਿਲਕੁਲ ਜੀ। ਤੇ ਜੇ ਇਹ ਜੋੜੀ ਵੀ ਕਰੇਗੀ ਤੇ ਲੋਕ ਇਹਨਾਂ ਦਾ ਵੀ ਸਾਨ ਸਦਾ ਵਾਸਤੇ ਯਾਦ ਰੱਖਣਗੇ। ਜੀ, ਇੰਗਲੈਂਡ ਦੇ ਵਿੱਚ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ ਬਣੀ ਆ ਕਮਲਪ੍ਰੀਤ ਕੌਰ। ਇਹ ਕਮਲਪ੍ਰੀਤ ਕੌਰ ਦਾ ਜਿਹੜਾ ਪਿਛੋਕੜ ਹੈ ਮੋਗਾ ਜ਼ਿਲ੍ਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਰਹੀ ਹੈ। ਇਹਨੇ ਉੱਥੋਂ ਦੇ ਪ੍ਰਧਾਨ ਮੰਤਰੀ ਜਿਹੜੇ ਬੋਰਿਸ ਜੌਨਸਨ ਨੇ, ਉਹਨਾਂ ਦੇ ਇੱਕ ਨਜ਼ਦੀਕੀ ਨੂੰ 1100 ਤੋਂ ਵੱਧ ਵੋਟਾਂ ਦੇ ਨਾਲ ਹਰਾਇਆ ਹੈ। ਜਦੋਂ ਸਾਡੀਆਂ ਦਸਤਾਰਧਾਰੀ ਪੰਜਾਬਣ ਮੁਟਿਆਰਾਂ ਬੇਗਾਨੀ ਧਰਤੀ ਦੇ ਉੱਤੇ ਜਾ ਕੇ ਮੱਲਾਂ ਮਾਰਦੀਆਂ ਨੇ ਤੇ ਸਾਡਾ ਸਿਰ ਉੱਚਾ ਹੁੰਦਾ ਹੈ। ਇਹ ਪੂਰਨ ਗੁਰਸਿੱਖ ਲੜਕੀ ਜਦੋਂ ਦਸਤਾਰ ਬੰਨ੍ਹ ਕੇ ਉਹਨਾਂ ਦੇ ਹਾਊਸ ਦੇ ਵਿੱਚ ਬੈਠੇਗੀ ਤਾਂ ਕਈ ਮੁਲਕਾਂ ਦੇ ਵਿੱਚ ਜਿੱਥੇ ਦਸਤਾਰ ਨੂੰ ਅਜੇ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਪਤਾ ਲੱਗੇਗਾ ਦਸਤਾਰ ਦੀ ਕੀਮਤ ਕੀ ਹੈ। ਸਾਡੇ ਲੋਕਾਂ ਨੇ ਸਿਆਸਤਾਂ ਬਹੁਤ ਕਰਤੀਆਂ ਦਸਤਾਰ ਦੇ ਉੱਤੇ। ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਤੇ ਬੜੇ ਦਾਗ ਲੱਗਦੇ ਹੈ, ਪਰ ਕਦੇ ਇਹਨਾਂ ਨੇ ਇਹ ਦਸਤਾਰ ਵਾਲੇ ਮਾਮਲੇ ਨੂੰ ਅੰਤਰਰਾਸ਼ਟਰੀ ਮੰਚ ਤੇ ਲਿਜਾਣ ਦਾ ਯਤਨ ਕੀਤਾ ਹੈ? ਜੇ ਕੀਤਾ ਹੈ ਤਾਂ ਉਹਦੀ ਆਊਟਪੁੱਟ ਕੀ ਨਿਕਲੀ ਹੈ? ਇਸ ਕਰਕੇ ਜਿਹੜੀ ਇਹ ਕਮਲਪ੍ਰੀਤ ਕੌਰ ਹੈ, ਇਸ ਲੜਕੀ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਸੀਂ ਆਪਣੇ ਮੰਚ ਤੋਂ ਇਹਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੁਬਾਰਕਬਾਦ ਦਿੰਦੇ ਹਾਂ। ਜੀ ਢਿੱਲੋਂ ਜੀ, ਘਪਲੇ ਦੇ ਦੋਸ਼ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ 3 ਮੁਲਾਜ਼ਮ ਮੁਅੱਤਲ ਕਰ ਦਿੱਤੇ ਨੇ। ਇਹ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕੰਮ ਨੇ। ਜਦੋਂ ਕਰੋਨਾ ਮਹਾਮਾਰੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਸਬਜ਼ੀਆਂ ਦਾ ਘੁਟਾਲਾ ਹੋਇਆ, ਇਹ ਲੋਕ ਸਾਨੂੰ ਕਹਿੰਦੇ ਸੀ ਤੁਸੀਂ ਸਾਨੂੰ ਨਿੰਦਿਆ ਨਾ ਕਰੋ, ਤੁਸੀਂ ਚੰਗੇ ਕੰਮ ਕਰੋਗੇ ਅਸੀਂ ਤੁਹਾਡੇ ਹਾਰ ਵੀ ਪਾ ਦਿਆ ਕਰਾਂਗੇ। ਪਰ ਜਿਹੜੇ ਇਸ ਤਰ੍ਹਾਂ ਦੇ ਸ਼੍ਰੋਮਣੀ ਬੰਦੇ ਰੱਖੇ ਹੋਏ ਨੇ, ਹੁਣ ਦੱਸੋ ਉਹਨਾਂ ਨੂੰ ਕੀ ਕਹੀਏ ਅਸੀਂ? ਇੱਕ ਮੈਨੇਜਰ ਹੈ ਅਮਰੀਕ ਸਿੰਘ,
ਅਕਾਊਂਟੈਂਟ ਹੈ ਤੇਜਿੰਦਰ ਸਿੰਘ, ਸਟੋਰ ਕੀਪਰ ਹੈ ਹਰਵਿੰਦਰ ਸਿੰਘ। ਇਹ ਭਦੌੜ ਦੇ ਹੈ। ਪਹਿਲਾਂ ਇਹ ਬਾਬਾ ਗਾਂਧਾ ਦੇ ਵਿੱਚ ਸੀ, ਜਿੱਥੇ ਕਹਿੰਦੇ ਇਹਨਾਂ ਨੇ 3 ਲੱਖ ਰੁਪਈਆ ਰਿਸ਼ਵਤ ਮੰਗੀ ਸੀ ਦੁਕਾਨਦਾਰਾਂ ਤੋਂ। ਇਹ ਜਿਹੜੇ ਇਸ ਤਰ੍ਹਾਂ ਦੇ 5 ਤੇ 7 ਸਿਤਾਰਿਆਂ ਵਾਲੇ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠੇ ਨੇ। ਇਹ ਤਾਂ ਇੱਕ ਨਿਕਲ ਕੇ ਆਇਆ ਹੈ। ਜੇ ਇਹਦੀ ਵਿਸਥਾਰ ਦੇ ਵਿੱਚ ਜਾਂਚ ਕਰਾ ਲਈ ਜਾਵੇ ਨਿਰਪੱਖ ਏਜੰਸੀ ਤੋਂ, ਇਹ ਪਤਾ ਨਹੀਂ ਕਿੰਨੇ ਕੁ ਹੋਰ ਇਹੋ ਜਿਹੇ ਘਪਲੇ ਨਿਕਲੇ ਆਉਣਗੇ। ਮੈਂ ਬੇਨਤੀ ਕਰਦਾ ਸਾਡੇ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ, ਆ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਉੱਥੇ ਬੈਠੀਆਂ ਨੇ, ਇਹਨਾਂ ਨੇ ਕੋਈ ਨਾਂ ਬਣਾਇਆ ਨਹੀਂ, ਸਾਡਾ ਨਾਂ ਵਿਗਾੜਿਆ ਹੈ। ਸਾਡਾ ਧਰਮ ਦਾ ਮਸਲਾ ਹੈ। ਉੱਥੇ ਜਾ ਕੇ ਵਿਸ਼ਵ ਦਾ ਹਰ ਵਿਅਕਤੀ ਜਿਹੜਾ ਗੁਰੂ ਸਾਹਿਬ ਨੂੰ ਮੰਨਦਾ ਹੈ, ਉਹ ਨਤਮਸਤਕ ਹੋਣ ਆਉਂਦਾ ਹੈ। ਤੁਸੀਂ ਨਿਰਪੱਖਤਾ ਦੇ ਨਾਲ ਮੈਂ ਦਾਅਵੇ ਨਾਲ ਕਹਿੰਦਾ, ਜਾਂਚ ਕਰਾ ਦਿਓ। ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਾ ਦਿਓ, ਸਿੱਖ ਹੀ ਹੋਵੇ, ਤੇ ਫਿਰ ਤੁਸੀਂ ਦੇਖਿਓ ਇਸ ਤਰ੍ਹਾਂ ਦੇ 7 ਸਿਤਾਰੇ ਕਿਵੇਂ ਕਿਰਦੇ ਨੇ। ਉਹਨਾਂ ਨੂੰ ਬਚਾਉਣ ਵਾਲੇ ਉਹਨਾਂ ਦੇ ਪਿੱਛੇ ਕਿਹੜੇ ਕਿਹੜੇ ਨੇ, ਤੇ ਹੋਰ ਅਸੀਂ ਕੀ ਕਹਿੰਦੇ ਆ। ਜਿਹੜਾ ਪ੍ਰਬੰਧ ਇਹਨਾਂ ਕਾਲੀਆਂ ਭੇਡਾਂ ਨੇ ਖੋਖਲਾ ਕਰਤਾ, ਉਹ ਜੱਗ ਜ਼ਾਹਰ ਹੋਣਾ ਚਾਹੀਦਾ ਹੈ। ਉਹ ਕਿਸੇ ਦਾ ਚਹੇਤਾ ਹੋਵੇ, ਜਿੱਡੇ ਮਰਜ਼ੀ ਵੱਡੇ ਦਾ ਹੋਵੇ, ਉਹਨੂੰ ਫੜ ਕੇ ਫਿਰ ਉਹਦੇ ਸਹੀ ਥਾਂ ਤੇ ਪਹੁੰਚਾਓ। ਜੇ ਉੱਥੇ ਚੰਗੇ ਬੰਦੇ ਬੈਠਣਗੇ ਜੀ ਧਾਮੀ ਸਾਹਿਬ, ਤਾਂ ਤੁਹਾਡਾ ਵੀ ਸਿਰ ਇੱਜ਼ਤ ਨਾਲ ਉੱਚਾ ਹੋਵੇਗਾ। ਤੇ ਜੇ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਉੱਥੇ ਸੁਸ਼ੋਭਿਤ ਨੇ, ਉਹਨਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਕਿਹਦੀ ਹੈ, ਜਿਹੜੀ ਤੁਸੀਂ ਨਿਭਾ ਨਹੀਂ ਰਹੇ। ਜੀ ਜੀ ਸੋ ਇਸ ਦੇ ਨਾਲ ਹੀ ਢਿੱਲੋਂ ਜੀ ਗੱਲ ਕਰ ਲਾਂਗੇ ਬੈਂਕ ਘਪਲੇ ਨੂੰ ਲੈ ਕੇ ਕਿ ਪੰਜਾਬ ਸਰਕਾਰ ਸੀਬੀਆਈ ਤੋਂ ਜਾਂਚ ਨਹੀਂ ਕਰਵਾਉਣਾ ਚਾਹੁੰਦੀ। ਇਹ ਉਹੀ ਮਾਮਲਾ ਹੈ ਜਿਹੜਾ ਜਸਵੰਤ ਸਿੰਘ ਗੱਜਰ ਮਾਜਰਾ ਦਾ ਨਿਕਲਿਆ ਕਿ ਵੱਖ-ਵੱਖ ਬੈਂਕਾਂ ਨਾਲ ਲੈਣ ਦੇਣ ਸੀ। ਜੀ ਇਹਦੇ ਵਿੱਚ ਬੈਂਕ ਕਿਹੜੇ ਕਿਹੜੇ ਨੇ? ਛੱਤੀਸਗੜ੍ਹ ਬੈਂਕ ਹੈ ਜੀ, ਰਾਜਸਥਾਨ ਬੈਂਕ ਹੈ, ਮਹਾਰਾਸ਼ਟਰ ਬੈਂਕ ਹੈ, ਕੇਰਲ ਬੈਂਕ ਹੈ, ਝਾਰਖੰਡ, ਮੇਘਾਲਿਆ ਆਦਿ। ਕਿਉਂਕਿ MLA ਆਪਣੀ ਪਾਰਟੀ ਦਾ, ਜੇ ਇਹ ਜਾਂਚ CBI ਕੋਲ ਚੱਲ ਜਾਂਦੀ ਹੈ ਤਾਂ CBI ਤਾਂ ਫਿਰ ਕੇਂਦਰ ਦੀ ਹੈ। ਭਾਰਤੀ ਜਨਤਾ ਪਾਰਟੀ ਕੇਂਦਰ 'ਚ ਰਾਜ ਕਰਦੀ ਹੈ, ਉਹ ਤਾਂ ਫਿਰ ਐਨ ਬਣਾ ਕੇ ਰਗੜੇਗੀ। ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਆਹ ਚੀਜ਼ਾਂ ਸੀ, ਉਹ ਭਾਵੇਂ CBI ਹੈ, NIA ਹੈ, ਆਮਦਨ ਕਰ ਹੈ, ਜਾਂ ਰਾਜ ਦੀਆਂ ਏਜੰਸੀਆਂ ਨੇ, ਵਿਜੀਲੈਂਸ ਤੇ ਹੋਰ, ਜਿਹੜਾ ਇਹ ਸਿਆਸੀ ਪਿਉਂਦ ਚੜ੍ਹ ਗਈ ਆ, ਇਹਨਾਂ ਨੂੰ ਇਸ ਸਿਆਸਤ ਤੋਂ ਦੂਰ ਰਹਿਣੀਆਂ ਚਾਹੀਦੀਆਂ ਸੀ। ਜਦੋਂ ਤੋਂ ਇਹਨਾਂ ਤੇ ਸਿਆਸੀ ਪਿਉਂਦ ਚੜ੍ਹੀ ਹੈ, ਇਹ ਧਰਮ ਨਿਰਪੱਖਤਾ ਵੀ ਉਦੋਂ ਤੋਂ ਦੂਰ ਹੋ ਗਈ ਹੈ। ਜੀ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ।